ਪੰਜਾਬੀ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਜੋ ਮੇਰੀਆਂ ਇਹ ਪੰਜਾਬੀ ਦੀ ਕਲਾਸਿਸ ਹੈ ਇਹਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ, ਲਾਈਕ ਕਰਦੇ ਹੋ ਔਰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ। ਔਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪੋ ਆਪਣੇ ਵਿਚਾਰ ਵੀ ਪ੍ਰਗਟ ਕਰਦੇ ਹੋ। ਇਹ ਸਭ ਕੁਝ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਔਰ ਜਿੰਨਾ ਵੀ ਹੋ ਸਕਦਾ ਹੈ ਮੈਂ ਆਪਣੀ ਤਰਫੋਂ ਤੁਹਾਨੂੰ ਵਧੀਆ ਲੈਸਨ ਕਰਵਾਉਣ ਦੀ ਕੋਸ਼ਿਸ਼ ਕਰੂੰਗਾ। ਜੋ ਆਪਣੀਆਂ ਕਵਿਤਾਵਾਂ ਹੈ ਇਹ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਜਿਵੇਂ ਕਿ ਆਪਾਂ 10th ਕਲਾਸ ਦੀਆਂ ਜਿੰਨੀਆਂ ਵੀ ਕਵਿਤਾਵਾਂ ਸੀ ਉਹਨਾਂ ਦੀ ਵਿਆਖਿਆ ਆਪਾਂ ਕਰ ਲਈ ਹੈ। ਹੁਣ ਆਪਾਂ ਜੋ ਆਪਣੀ 12th ਕਲਾਸ ਦੀਆਂ ਜੋ ਕਵਿਤਾਵਾਂ ਹੈ ਉਹਨਾਂ ਦੀ ਆਪਾਂ ਵਿਆਖਿਆ ਕਰ ਰਹੇ ਹਾਂ। ਤਾਂ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਜਿਹੜੀ ਕਵਿਤਾ ਦੀ ਵਿਆਖਿਆ ਕਰਾਂਗੇ ਉਹ ਆਪਣੀ ਜੋ ਰਾਜਸਥਾਨ ਅਜਮੇਰ ਬੋਰਡ ਦੇ ਵਿੱਚ 12th ਕਲਾਸ ਨੂੰ ਪੰਜਾਬੀ ਦੀ ਪਾਠ ਪੁਸਤਕ ਲੱਗਦੀ ਹੈ, ਪੰਜਾਬੀ ਕਾਵਿ-ਧਾਰਾ ਭਾਗ ਦੂਜਾ। ਆਪਾਂ ਉਸ ਕਿਤਾਬ ਦੇ ਵਿੱਚ ਜੋ 10ਵੀਂ ਕਵਿਤਾ ਹੈ ਜਿਸ ਦੇ ਕਵੀ ਦਾ ਨਾਮ ਕੀ ਹੈ, ਸੁਰਜੀਤ ਪਾਤਰ, ਆਪਾਂ ਉਹਨਾਂ ਦੀ ਕਵਿਤਾਵਾਂ ਦੀ ਇਹਦੇ ਵਿੱਚ ਵਿਆਖਿਆ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ, ਇਹ ਕਵੀ ਦਾ ਬਾਇਓਡੇਟਾ ਦਿੱਤਾ ਹੋਇਆ ਹੈ ਸੁਰਜੀਤ ਪਾਤਰ ਜੀ ਦਾ। ਜੋ ਇਹ ਕਵੀ ਦਾ ਬਾਇਓਡੇਟਾ ਹੈ ਇਹ ਜੋ 12ਵੀਂ ਕਲਾਸ ਦੇ ਸਟੂਡੈਂਟ ਹੈ ਉਹਨਾਂ ਨੇ ਇਸ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ, ਕਿਉਂਕਿ ਜੋ ਆਪਣਾ ਫਾਈਨਲ ਐਗਜ਼ਾਮ ਹੁੰਦਾ ਹੈ, ਆਪਣਾ ਫਾਈਨਲ ਪੇਪਰ ਹੈ, ਉਹਦੇ ਵਿੱਚ ਕਵੀ ਦਾ ਪਰਿਚੈ ਪੁੱਛਿਆ ਜਾਂਦਾ ਹੈ। ਇੱਕ ਕਵੀ ਦਾ ਪੂਰਾ ਬਾਇਓਡੇਟਾ ਲਿਖਣਾ ਹੁੰਦਾ ਹੈ ਕਿ ਇਸ ਕਵੀ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਇਹਨਾਂ ਨੇ ਕਿਹੜੀ ਕਿਹੜੀ ਪੜ੍ਹਾਈ ਕੀਤੀ, ਕਿਹੜੀਆਂ ਕਿਹੜੀਆਂ ਡਿਗਰੀਆਂ ਹਾਸਿਲ ਕੀਤੀਆਂ, ਇਹਨਾਂ ਦੀਆਂ ਕਿਹੜੀਆਂ ਕਵਿਤਾਵਾਂ ਸੀ, ਹੋਰ ਇਹਨਾਂ ਦਾ ਸਾਹਿਤ ਦੇ ਖੇਤਰ ਦੇ ਵਿੱਚ ਇਹਨਾਂ ਦਾ ਕੀ ਕੁਛ ਯੋਗਦਾਨ ਰਿਹਾ। ਉਹ ਆਪਾਂ ਨੂੰ ਸਾਰਾ ਕੁਛ ਕਮ ਸੇ ਕਮ 1 ਜਾਂ 1.5 ਪੇਜ ਦਾ ਆਪਾਂ ਨੂੰ ਲਿਖਣਾ ਹੁੰਦਾ ਹੈ। ਇਸ ਕਰਕੇ ਇਹ ਕਵੀ ਦਾ ਜੋ ਬਾਇਓਡੇਟਾ ਹੈ ਇਸ ਨੂੰ ਵੀ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਹੈ। ਆਪਾਂ ਇਸ ਤੋਂ ਅੱਗੇ ਆਪਾਂ ਵਿਆਖਿਆ ਕਰਾਂਗੇ ਜੋ ਸੁਰਜੀਤ ਪਾਤਰ ਜੀ ਦੀਆਂ ਇਹਦੇ ਵਿੱਚ ਕਵਿਤਾਵਾਂ ਦਿੱਤੀਆਂ ਹਾਂ। ਤਾਂ ਇਹਦੇ ਵਿੱਚ ਸੁਰਜੀਤ ਪਾਤਰ ਜੀ ਦੀ ਜੋ ਪਹਿਲੀ ਕਵਿਤਾ ਦਿੱਤੀ ਹੈ ਉਸ ਦਾ ਨਾਮ ਹੈ ਪੁਰਖਿਆਂ ਦੇ ਰਸਤੇ 'ਤੇ। ਠੀਕ ਹੈ ਜੀ। ਤਾਂ ਆਪਾਂ ਇਸ ਕਵਿਤਾ ਦੀ ਵਿਆਖਿਆ ਕਰਦੇ ਹਾਂ ਕਿ ਇਸ ਕਵਿਤਾ ਦੇ ਜ਼ਰੀਏ ਕਵੀ ਆਪਾਂ ਨੂੰ ਕੀ ਕਹਿਣਾ ਚਾਹੁੰਦਾ ਹੈ, ਕੀ ਸੰਦੇਸ਼ ਦੇ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਵਿਤਾ ਦੇ ਨਾਮ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਨਾਮ ਦਾ ਕੀ ਅਰਥ ਨਿਕਲਦਾ ਹੈ, ਕੀ ਮਤਲਬ ਨਿਕਲਦਾ ਹੈ। ਜਿਵੇਂ ਕਵਿਤਾ ਦਾ ਨਾਮ ਕੀ ਹੈ, ਪੁਰਖਿਆਂ ਦੇ ਰਸਤੇ 'ਤੇ। ਕੀ ਨਾਮ ਹੈ ਕਵਿਤਾ ਦਾ, ਪੁਰਖਿਆਂ ਦੇ ਰਸਤੇ 'ਤੇ। ਪੁਰਖੇ ਕਿਹਨੂੰ ਕਹਿੰਦੇ ਹੈਗੇ ਆ, ਪੁਰਖਿਆਂ ਕਹਿੰਦਾ ਬਜ਼ੁਰਗਾਂ ਨੂੰ, ਜੋ ਆਪਣੇ ਬਜ਼ੁਰਗ ਸੀ। ਠੀਕ ਹੈ, ਪੁਰਖਿਆਂ ਤੋਂ ਭਾਵ ਹੈ ਬਜ਼ੁਰਗਾਂ ਦੇ, ਰਸਤੇ ਤੋਂ ਭਾਵ ਹੈ ਰਾਹ, ਰਸਤੇ 'ਤੇ ਚੱਲਣਾ। ਠੀਕ ਹੈ, ਇਹਦੇ ਵਿੱਚ ਕਵੀ ਆਪਣੇ ਬੁਢਾਪੇ ਦਾ ਵਰਣਨ ਕਰਦਾ ਹੈ ਕਿ ਕੁਝ ਟਾਈਮ ਬਾਅਦ ਉਸਨੇ ਬਜ਼ੁਰਗ ਹੋ ਜਾਣਾ ਹੈ ਔਰ ਜਿਹੜੇ ਰਸਤੇ 'ਤੇ ਉਹਦੇ ਪੁਰਖੇ ਚਲੇ ਗਏ ਯਾਨੀ ਕਿ ਉਸਦੇ ਬਜ਼ੁਰਗ ਚਲੇ ਗਏ ਉਸੇ ਰਸਤੇ 'ਤੇ ਕਵੀ ਨੇ ਵੀ ਜਾਣਾ ਹੈ। ਠੀਕ ਹੈ ਜੀ। ਤਾਂ ਪਹਿਲੇ ਪੈਰੇ ਵਿੱਚ ਕਵੀ ਕੀ ਕਹਿੰਦਾ ਹੈ, ਕਵੀ ਕਹਿੰਦਾ ਆਉਂਦਿਆਂ ਸਿਆਲਾਂ ਨੂੰ ਜਾਂ ਹੋਰ 1-2 ਸਾਲਾਂ ਨੂੰ ਬੇਮੁਹਾਰ ਘਟਨਾਵਾਂ, ਬੇਸ਼ੁਮਾਰ ਘਟਨਾਵਾਂ। ਆਉਂਦਿਆਂ ਸਿਆਲਾਂ ਨੂੰ ਜਾਂ ਹੋਰ 1-2 ਸਾਲਾਂ ਨੂੰ ਬੇਮੁਹਾਰ ਘਟਨਾਵਾਂ, ਬੇਸ਼ੁਮਾਰ ਘਟਨਾਵਾਂ। ਠੀਕ ਹੈ ਜੀ। ਤਾਂ ਇਹਦੇ ਵਿੱਚ ਕੁਝ ਸ਼ਬਦ ਆਏ ਹੈ, ਪਹਿਲਾਂ ਤੁਹਾਨੂੰ ਮੈਂ ਉਹਨਾਂ ਦੇ ਅਰਥ ਦੱਸ ਦਿਆਂ। ਜਿਵੇਂ ਹੈ ਸਿਆਲਾਂ, ਸਿਆਲਾਂ ਤੋਂ ਭਾਵ ਕੀ ਹੁੰਦਾ, ਸਰਦੀਆਂ। ਆਉਂਦਿਆਂ ਤੋਂ ਮਤਲਬ ਆਉਣ ਵਾਲੇ, ਸਿਆਲਾਂ ਤੋਂ ਭਾਵ ਸਰਦੀਆਂ। ਠੀਕ ਹੈ ਜੀ। ਉਸ ਤੋਂ ਅੱਗੇ ਸ਼ਬਦ ਹੈ ਬੇਮੁਹਾਰ। ਬੇਮੁਹਾਰ ਦਾ ਮਤਲਬ ਹੁੰਦਾ ਹੈ ਕਾਬੂ ਨਾ ਹੋਣ ਵਾਲੀਆਂ ਜਾਂ ਆਪਣੇ ਵਸ਼ ਦੇ ਵਿੱਚ ਨਾ ਹੋਣ ਵਾਲੀਆਂ। ਬੇਸ਼ੁਮਾਰ, ਬੇਸ਼ੁਮਾਰ ਦਾ ਮਤਲਬ ਹੁੰਦਾ ਬੇਅੰਤ, ਜਿਸ ਦਾ ਕੋਈ ਵੀ ਅੰਤ ਨਾ ਹੋਵੇ। ਠੀਕ ਹੈ ਜੀ। ਤਾਂ ਆਪਾਂ ਇਹਨਾਂ ਲੈਣਾਂ ਦੀ ਵਿਆਖਿਆ ਕਰਦੇ ਹਾਂ। ਇਹਦੇ ਵਿੱਚ ਕਵੀ ਕੀ ਕਹਿੰਦਾ ਹੈ ਕਿ ਆਉਂਦਿਆਂ ਸਿਆਲਾਂ ਨੂੰ ਯਾਨੀ ਕਿ ਆਉਣ ਵਾਲੀਆਂ ਸਰਦੀਆਂ ਦੇ ਵਿੱਚ, ਜਾਂ ਹੋਰ 1-2 ਸਾਲਾਂ ਨੂੰ, ਜਾਂ ਉਸ ਤੋਂ ਅੱਗੇ 1-2 ਸਾਲਾਂ ਬਾਅਦ। ਕੀ ਕਹਿੰਦਾ ਕਵੀ, ਆਉਂਦਿਆਂ ਸਿਆਲਾਂ ਨੂੰ ਜਾਂ ਹੋਰ 1-2 ਸਾਲਾਂ ਨੂੰ, ਜਾਂ ਤਾਂ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਜਾਂ ਹੋਰ 1-2 ਸਾਲਾਂ ਦੇ ਵਿੱਚ ਕਵੀ ਕਹਿੰਦਾ ਮੈਂ ਬਜ਼ੁਰਗ ਹੋ ਜਾਵਾਂਗਾ। ਬੇਮੁਹਾਰ ਘਟਨਾਵਾਂ, ਬੇਮੁਹਾਰ ਦਾ ਮਤਲਬ ਕਾਬੂ ਨਾ ਹੋਣ ਵਾਲੀਆਂ, ਕਿ ਉਸ ਦੇ ਸਾਹਮਣੇ ਬੇਮੁਹਾਰ ਘਟਨਾਵਾਂ ਪੈਦਾ ਹੋ ਜਾਣਗੀਆਂ। ਇਸ ਤਰ੍ਹਾਂ ਦੀਆਂ ਸਥਿਤੀਆਂ ਆ ਜਾਣਗੀਆਂ ਕਿ ਜੋ ਉਸਦੇ ਕਾਬੂ ਨਹੀਂ ਹੋਣੀਆਂ।
ਅਰਥਾਤ ਜਦੋਂ ਆਦਮੀ ਬਜ਼ੁਰਗ ਹੋ ਜਾਂਦਾ ਹੈ ਤਾਂ ਉਹਦੇ ਨਾਲ ਅਨੇਕ ਤਰ੍ਹਾਂ ਦੀਆਂ ਘਟਨਾਵਾਂ ਘਟਿਤ ਹੋਣ ਲੱਗ ਜਾਂਦੀਆਂ ਹਨ ਕਿ ਜੋ ਉਹਦੇ ਕਾਬੂ ਨਹੀਂ ਹੁੰਦੀਆਂ, ਉਹਦੇ ਵਸ਼ ਵਿੱਚ ਨਹੀਂ ਹੁੰਦੀਆਂ। ਬੇਸ਼ੁਮਾਰ ਘਟਨਾਵਾਂ, ਠੀਕ ਹੈ, ਬੇਸ਼ੁਮਾਰ ਘਟਨਾਵਾਂ ਯਾਨੀ ਕਿ ਉਹਨੂੰ ਬੇਅੰਤ, ਬੇਸ਼ੁਮਾਰ ਤੋਂ ਭਾਵ ਹੈ ਬੇਅੰਤ, ਕਿ ਉਹਨੂੰ ਅਨੇਕ ਤਰ੍ਹਾਂ ਦੀਆਂ ਘਟਨਾਵਾਂ ਉਸ ਦੇ ਨਾਲ ਘਟਣਗੀਆਂ, ਭਾਵ ਕਿ ਉਹ ਅਨੇਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਊਗਾ। ਕਿਉਂਕਿ ਜਿਵੇਂ ਜਿਵੇਂ ਇਨਸਾਨ ਬਜ਼ੁਰਗ ਦੀ ਬ੍ਰਿਧ ਅਵਸਥਾ ਦੀ ਹਾਲਤ ਦੇ ਵਿੱਚ ਪਹੁੰਚਦਾ ਹੈ, ਬਜ਼ੁਰਗ ਹੋ ਜਾਂਦਾ ਹੈ, ਤਾਂ ਉਸ ਨੂੰ ਅਨੇਕ ਤਰ੍ਹਾਂ ਦੇ ਰੋਗ, ਅਨੇਕ ਤਰ੍ਹਾਂ ਦੀ ਬਿਮਾਰੀਆਂ ਘੇਰ ਲੈਂਦੀਆਂ ਹੈ। ਉਵੇਂ ਹੀ ਕਵੀ ਕਹਿ ਰਿਹਾ ਹੈ ਕਿ ਆਉਣ ਵਾਲੀਆਂ ਸਰਦੀਆਂ ਨੂੰ ਜਾਂ ਆਉਣ ਵਾਲੇ ਹੋਰ 1-2 ਸਾਲਾਂ ਨੂੰ ਅਨੇਕ ਤਰ੍ਹਾਂ ਦੀਆਂ ਘਟਨਾਵਾਂ ਉਸ ਨੂੰ ਘੇਰ ਲੈਣਗੀਆਂ ਔਰ ਉਹ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ। ਉਸ ਤੋਂ ਅਗਲੇ ਪਹਿਰੇ ਵਿੱਚ ਕਵੀ ਕੀ ਕਹਿੰਦਾ ਹੈ? ਕਵੀ ਕਹਿੰਦਾ ਹੈ, ਰੋਗ ਸੋਗ ਹਾਰਾਂ ਵਿੱਚ, ਜਾਲ ਤੰਦ ਤਾਰਾਂ ਵਿੱਚ, ਵੇ ਪਛਾਣ ਸਹਿਮਾਂ ਵਿੱਚ, ਹਰ ਤਰ੍ਹਾਂ ਦੇ ਵਹਿਮਾਂ ਵਿੱਚ। ਦੇਖੋ ਇੱਥੇ ਕਵੀ ਕੀ ਕਹਿ ਰਿਹਾ ਹੈ? ਇੱਥੇ ਰੋਗ ਸ਼ੋਗ ਹਾਰਾਂ ਵਿੱਚ, ਜਾਲ ਤੰਦ ਤਾਰਾਂ ਵਿੱਚ, ਵੇ ਪਛਾਣ ਸਹਿਮਾਂ ਵਿੱਚ, ਹਰ ਤਰ੍ਹਾਂ ਦੇ ਵਹਿਮਾਂ ਵਿੱਚ। ਤਾਂ ਇੱਥੇ ਕੁਝ ਸ਼ਬਦਾਂ ਦੇ ਮੈਂ ਤੁਹਾਨੂੰ ਅਰਥ ਦੱਸ ਦਿਆਂ। ਰੋਗ, ਰੋਗ ਤੋਂ ਭਾਵ ਹੈ ਬਿਮਾਰੀਆਂ। ਸੋਗ, ਸੋਗ ਤੋਂ ਭਾਵ ਕੀ ਹੈ? ਦੁੱਖ, ਠੀਕ ਹੈ, ਜਾਂ ਉਦਾਸੀ। ਰੋਗ ਤੋਂ ਭਾਵ ਹੈ ਬਿਮਾਰੀਆਂ, ਸੋਗ ਤੋਂ ਭਾਵ ਹੈ ਉਦਾਸੀ। ਉਸ ਤੋਂ ਅੱਗੇ ਹੈ ਤੰਦ, ਤੰਦ ਤੋਂ ਭਾਵ ਹੈ ਉਲਝਣਾ। ਬੇਪਛਾਣ, ਬੇਪਛਾਣ ਦਾ ਮਤਲਬ ਹੈ ਜੋ ਪਛਾਣਿਆ ਨਾ ਜਾਵੇ, ਜਿਸ ਦੀ ਪਹਿਚਾਣ ਨਾ ਹੋਵੇ। ਸਹਿਮਾਂ, ਸਹਿਮਾਂ ਤੋਂ ਭਾਵ ਹੈ ਡਰ। ਉਸ ਤੋਂ ਅੱਗੇ ਵਹਿਮਾਂ, ਵਹਿਮ ਦਾ ਮਤਲਬ ਹੈ ਯਾਨੀ ਕਿ ਜੋ ਆਪਾਂ ਜਿਹਨੂੰ ਹਿੰਦੀ ਵਿੱਚ ਭਰਮ ਕਹਿੰਦੇ ਹਾਂ, ਠੀਕ ਹੈ, ਵਹਿਮ ਹੋ ਜਾਣਾ, ਕਿਸੇ ਤਰ੍ਹਾਂ ਦਾ ਭਰਮ ਹੋ ਜਾਣਾ, ਠੀਕ ਹੈ। ਤਾਂ ਇਹ ਸੀ ਇਹਨਾਂ ਸ਼ਬਦਾਂ ਦੇ ਅਰਥ। ਹੁਣ ਆਪਾਂ ਇਹਨਾਂ ਲੈਣਾਂ ਦੀ ਵਿਆਖਿਆ ਕਰਦੇ ਹਾਂ। ਤਾਂ ਕਵੀ ਕੀ ਕਹਿ ਰਿਹਾ ਹੈ? ਕਵੀ ਕਹਿੰਦਾ ਹੈ, ਰੋਗ ਸੋਗ ਹਾਰਾਂ ਵਿੱਚ, ਰੋਗ ਸੋਗ ਹਾਰਾਂ ਵਿੱਚ, ਯਾਨੀ ਕਿ ਕਵੀ ਨੂੰ, ਯਾਨੀ ਕਿ ਕਵੀ ਕਹਿ ਰਿਹਾ ਹੈ ਕਵੀ ਨੂੰ ਅਨੇਕ ਤਰ੍ਹਾਂ ਦੇ ਰੋਗ, ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਣਗੀਆਂ, ਠੀਕ ਹੈ ਜੀ। ਕਵੀ ਨੂੰ ਅਨੇਕ ਤਰ੍ਹਾਂ ਦੀਆਂ, ਅਨੇਕ ਤਰ੍ਹਾਂ ਦੇ ਰੋਗ, ਅਨੇਕ ਤਰ੍ਹਾਂ ਦੇ ਸੋਗ, ਸੋਗ ਤੋਂ ਭਾਵ ਉਦਾਸੀ, ਕਿ ਕਵੀ ਨੂੰ ਅਨੇਕ ਤਰ੍ਹਾਂ ਦੇ ਤਾਂ ਰੋਗ ਘੇਰ ਲੈਣਗੇ ਔਰ ਕਈ ਤਰ੍ਹਾਂ ਦੀਆਂ ਕਵੀ ਨੂੰ ਉਦਾਸੀਆਂ ਘੇਰ ਲੈਣਗੀਆਂ, ਭਾਵ ਕਿ ਉਹ ਕਈ ਤਰ੍ਹਾਂ ਦੇ ਦੁੱਖਾਂ ਦਾ ਸ਼ਿਕਾਰ ਹੋ ਜਾਊਗਾ। ਉਸ ਤੋਂ ਅੱਗੇ ਕਵੀ ਕਹਿੰਦਾ ਹੈ, ਜਾਲ ਤੰਦ ਤਾਰਾਂ ਦੇ ਵਿੱਚ, ਯਾਨੀ ਕਿ ਉਹ ਅਨੇਕ ਤਰ੍ਹਾਂ ਦੀਆਂ ਉਲਝਣਾਂ ਦੇ ਵਿੱਚ ਫਸ ਜਾਊਗਾ। ਬੇਪਛਾਣ ਸਹਿਮਾਂ ਦੇ ਵਿੱਚ, ਬੇਪਛਾਣ ਜਿਹਨੂੰ ਆਪਾਂ ਪਛਾਣ ਨਾ ਸਕੀਏ, ਸਹਿਮ ਦਾ ਮਤਲਬ ਡਰ, ਕਿ ਉਹ ਅਨੇਕ ਤਰ੍ਹਾਂ ਦੇ ਨਾ ਪਛਾਣੇ ਹੋਏ ਡਰਾਂ ਦੇ ਵਿੱਚ ਫਸ ਜਾਊਗਾ। ਹਰ ਤਰ੍ਹਾਂ ਦੇ ਵਹਿਮਾਂ ਦੇ ਵਿੱਚ, ਯਾਨੀ ਕਿ ਕਈ ਤਰ੍ਹਾਂ ਦੇ ਵਹਿਮਾਂ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ ਕਵੀ ਫਸ ਜਾਊਗਾ। ਕਿਉਂਕਿ ਜਿਵੇਂ ਜਿਵੇਂ ਆਦਮੀ ਦੀ ਏਜ ਹੁੰਦੀ ਜਾਂਦੀ ਹੈ, ਉਹਦੀ ਉਮਰ ਬੀਤਦੀ ਜਾਂਦੀ ਹੈ, ਉਹ ਬਜ਼ੁਰਗਾਵਸਥਾ ਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ, ਤਾਂ ਉਹ ਅਨੇਕ ਤਰ੍ਹਾਂ ਦੀਆਂ ਉਲਝਣਾਂ ਵਿੱਚ, ਅਨੇਕ ਤਰ੍ਹਾਂ ਦੇ ਵਹਿਮਾਂ ਵਿੱਚ, ਡਰਾਂ ਦੇ ਵਿੱਚ ਆਦਮੀ ਫਸ ਜਾਂਦਾ ਹੈ। ਕਵੀ ਉਸੇ ਹਾਲਤ ਦਾ ਵਰਣਨ ਕਰ ਰਿਹਾ ਹੈ ਕਿ ਮੈਂ ਵੀ ਉਸੇ ਤਰ੍ਹਾਂ ਦੀ ਅਵਸਥਾ ਦੇ ਵਿੱਚ ਪਹੁੰਚ ਜਾਊਂਗਾ। ਉਸ ਤੋਂ ਅੱਗੇ ਕੀ ਲਿਖਿਆ ਗਿਆ ਹੈ? ਡਰੇ ਡਰੇ ਭੇਤਾਂ ਵਿੱਚ, ਘਿਰ ਜਾਂਗਾ ਪ੍ਰੇਤਾਂ ਵਿੱਚ, ਭਾਖਿਆ ਨਾ ਹੋਵੇਗੀ ਆਪਣੀਆਂ ਹੀ ਸੋਚਾਂ ਦੀ ਵਿਆਖਿਆ ਨਾ ਹੋਵੇਗੀ। ਡਰੇ ਡਰੇ ਭੇਤਾਂ ਵਿੱਚ, ਘਿਰ ਜਾਂਗਾ ਪ੍ਰੇਤਾਂ ਵਿੱਚ, ਭਾਖਿਆ ਨਾ ਹੋਵੇਗੀ ਆਪਣੀਆਂ ਹੀ ਸੋਚਾਂ ਦੀ ਵਿਆਖਿਆ ਨਾ ਹੋਵੇਗੀ। ਹੁਣ ਔਖੇ ਸ਼ਬਦਾਂ ਦੇ ਮੈਂ ਅਰਥ ਦੱਸ ਦਿਆਂ। ਇਹਦੇ ਵਿੱਚ ਕੀ ਹੈ ਕਿ ਇੱਕ ਸ਼ਬਦ ਆਇਆ ਹੈ ਡਰੇ ਡਰੇ ਭੇਤਾਂ ਵਿੱਚ, ਠੀਕ ਹੈ ਜੀ। ਡਰੇ ਡਰੇ ਭੇਤਾਂ ਵਿੱਚ, ਤਾਂ ਭੇਤਾਂ ਦਾ ਕੀ ਮਤਲਬ ਹੈ? ਭੇਤ ਦਾ ਮਤਲਬ ਹੈ ਗੁੱਝੀ ਗੱਲ, ਠੀਕ ਹੈ ਜੀ। ਭੇਤ ਦਾ ਮਤਲਬ ਹੈ ਗੁੱਝੀ ਗੱਲ। ਆਹ ਲੈਣ ਹੈ ਨਾ, ਡਰੇ ਡਰੇ ਭੇਤਾਂ ਵਿੱਚ, ਇਹਦੇ ਵਿੱਚ ਜਿਹੜਾ ਸ਼ਬਦ ਆਇਆ ਹੈ ਭੇਤ, ਭੇਤਾਂ ਦਾ ਮਤਲਬ ਹੈ ਗੁੱਝੀ ਗੱਲ। ਕਿ ਉਸ ਤੋਂ ਅੱਗੇ ਹੈ ਘਿਰ ਜਾਂਗਾ ਪ੍ਰੇਤਾਂ ਵਿੱਚ, ਘਿਰ ਜਾਂ ਦਾ ਮਤਲਬ ਫਸ ਜਾਵਾਂਗਾ, ਪ੍ਰੇਤਾਂ ਦਾ ਮਤਲਬ ਕੀ ਹੈ? ਪ੍ਰੇਤਾਂ ਦਾ ਮਤਲਬ ਹੈ ਯਾਨੀ ਕਿ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ। ਦੇਖੋ ਉਸ ਤੋਂ ਅਗਲੇ ਪਹਿਰੇ ਵਿੱਚ ਕੀ ਲਿਖਿਆ ਹੈ? ਉਸ ਤੋਂ ਅਗਲੇ ਪਹਿਰੇ ਵਿੱਚ ਲਿਖਿਆ ਗਿਆ ਹੈ ਕਿ ਸ਼ਾਮ ਉੱਤਰ ਆਵੇਗੀ, ਠੀਕ ਹੈ ਜੀ। ਸ਼ਾਮ ਉੱਤਰ ਆਵੇਗੀ। ਸ਼ਾਮ ਕਿਹਨੂੰ ਕਿਹਾ ਗਿਆ? ਸ਼ਾਮ ਕਿਹਾ ਗਿਆ ਬੁਢਾਪੇ ਨੂੰ। ਕਵੀ ਕਹਿੰਦਾ ਕਿ ਮੇਰੇ ਉੱਪਰ ਬੁਢਾਪਾ ਆ ਜਾਊਗਾ, ਅਰਥਾਤ ਮੈਂ ਬਹੁਤ ਜ਼ਿਆਦਾ ਬਜ਼ੁਰਗ ਹੋ ਜਾਊਂਗਾ, ਅੰਧਕਾਰ ਹੋਵੇਗਾ, ਅੰਧਕਾਰ ਹੋਵੇਗਾ, ਠੀਕ ਹੈ ਜੀ। ਅੰਧਕਾਰ ਤੋਂ ਕੀ ਭਾਵ ਹੈ ਕਿ ਮੇਰੇ ਚਾਰੇ ਪਾਸੇ
कवि कहता हनेरा ही हनेरा होवेगा, क्योंकि जो आदमी बजुर्ग हो जाता है, वृद्धावस्था की हालत में पहुँच जाता है, तो वो आसे पासे एक तरह का हनेरा हो जाता है, क्योंकि ना तो वो कोई गल सुनता है, ना ही वो अपने विचार प्रकट कर सकता है, तो ना ही कोई मतलब वो शरीर में पहला वर्गी ताकत रहिंदी है। मैं भी फिर जावांगा दीप रख के तलियां ते। कवि की कहता है कि मैं भी फिर चला जाऊँगा दीप रख के तलियां ते। दीप कहते हैं दीवे नूं, तली कहते हैं हथ की हथेली नूं, कि मैं भी अपनी हथेली उत्ते जगदा होया दीवा रख के तुर पवांगा या चल पवांगा कित्थे, पुरखियां दे रस्ते ते, कि मैं भी उस रास्ते ते चल पाऊँगा जिथे मेरे पुरखे गए सी, अर्थात जिथे मेरे बजुर्ग चले गए सी। अगन जो की छाती विच, ठीक है, अगे कवि की कह रहा है, कवि कहता है अगन जो की छाती विच, अगन जे की छाती विच सुलगदी ही रहिंदी है। अगन का मतलब अग, छाती का मतलब शरीर दे विच, सुलगदी का मतलब झुलसते रहना, कि जो मेरे शरीर दे विच अग झुलसदी रहिंदी है, अर्थात मैं अनेक तरह दीयां समस्यावां का सामना कर रहा हाँ, तो मैं इन्हां समस्या तो इन्हां उलझनां तो छुटकारा पाउण लई मैं अपनी तली ते दीवा रख के चल पवांगा, दीवियां नूं दे दांगा आप शांत हो जावांगा, कि मैं अपनी हथेली ते रख के दीवा उन्हां दीवियां नूं दे देवांगा जिथे मेरे बजुर्ग पहुँच गए सी, मैं भी उत्थे आपदा दीवा रख के आप शांत हो जाऊँगा, या अर्थात शांति की अवस्था च पहुँच जाऊँगा या मर जाऊँगा। ठीक है जी। इस पूरी व्याख्या दे विच कवि ने अपने बुढ़ापे का वर्णन किया है, अपनी वृद्धावस्था का वर्णन किया है, जिमें कि कविता का नाम की सी, पुरखियां दे रस्ते ते। अर्थात इस कविता दे विच कवि ये गल कहना चाहता है कि जिस रस्ते ते उसके पुरखे चले गए है, उस रस्ते ते हुण वो भी चला जाऊगा, अर्थात 1-2 सालों नूं जां आउण वालियां सर्दियां दे विच वो बजुर्ग हो जाऊगा, फिर वो शरीर में पहला वर्गी ताकत नहीं रहनी, ना ही तो वह बोल के अपने विचार प्रकट कर सकूगा, ना ही अपने कोई दिल की गल कह सकूगा। अनेक तरह दी बीमारियां, अनेक तरह के रोग, अनेक तरह दी उलझना उसनूं घेर लैणगियां, और वो कहता है कि ये बुढ़ापे दे विच मैं अनेक तरह दी समस्यावां दे विच फस जाऊँगा, फिर एक दिन मैं अपनी तली ते दीवा रख के अपने बजुर्गों के रास्ते ते पहुँच जाऊँगा, अर्थात जिथे मेरे बजुर्ग चले गए उत्थे मैं भी चलिया जाऊँगा। ठीक है जी। तो ये सी सुरजीत पात्र की कविता पुरखियां दे रस्ते ते। उस तो जो अगली कविता है उसका की नाम है, उसका नाम है आया नंद किशोर। ठीक है जी। इस कविता का नाम है आया नंद किशोर। तो इस कविता दे विच कवि ने 2 धिरां का वर्णन किया है, एक अमीर धिर का ते एक गरीब धिर का। धिर तो भाव हुंदा वर्ग, अमीर वर्ग ते गरीब वर्ग का वर्णन किया। उन्हां दोवां दे विच की मतलब वखरता है, की विभिन्नता है उन्हां दोनों दे विच, वो चीज़ दिखाई। ਇਹਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਪਾਸੇ ਇੱਕ ਮਿਹਨਤੀ ਵਿਅਕਤੀ ਕਿਵੇਂ ਮਿਹਨਤ ਕਰਨ ਵਾਲਾ ਹੈ, ਤੇ ਦੂਜੇ ਪਾਸੇ ਇੱਕ ਦਿਖਾਵੇ ਵਾਲੇ ਬੰਦੇ ਨੂੰ ਦਿਖਾਇਆ ਗਿਆ ਹੈ ਜੋ ਦਿਖਾਵਾ ਕਰਦਾ ਹੈ। ਇਹਦੇ ਪਹਿਰੇ ਵਿੱਚ ਕੀ ਲਿਖਿਆ ਕਵੀ ਨੇ? ਕਵੀ ਕਹਿੰਦਾ ਹੈ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਠੀਕ ਹੈ। ਰਿਜ਼ਕ ਦਾ ਮਤਲਬ ਕੀ ਹੁੰਦਾ ਹੈ? ਰਿਜ਼ਕ ਤੋਂ ਭਾਵ ਹੈ रोजी रोटी। ठीक है। रोजी रोटी कमाना या मेहनत की कमाई या हक की कमाई। कि नंद किशोर नां दा एक आदमी जो कि बिहार तो आया है रोजी रोटी कमाने लई पंजाब के किसी शहर दे विच आया है। ठीक है जी। पिछे पिछे रिजक दे आया नंद किशोर। कि नंद किशोर नाम का एक जो यूपी तो या बिहार तो एक बंदा आया है जो कि पंजाब दे विच रोजी रोटी कमाने लई वो उत्थे आया है। उस तो अगली लाइन दे विच लिखा है चल के दूर बिहार तो गड्डी बैठ सियाल दा। कि बिहार तो चल के आया है और वो गड्डी दे विच बैठ के आया है। यानी कि रोजी रोटी कमाने लई नंद किशोर नां दा एक बंदा दूर बिहार तो चल के गड्डी विच बैठ के आया होया है। नाल बथेरे होर। बथेरे का मतलब हुंदा बहुत सारे। कि उस दे नाल गड्डी दे विच होर भी बहुत सारे बंदे बैठे हुए हैं या होर भी बहुत सारे लोग बैठे हुए हैं। रामकली भी नाल सी सुगड़ लुगाई उसदी। रामकली उसदी पत्नी का नाम है। ठीक है। रामकली भी नाल सी। सुगड़, सुगड़ का मतलब हुंदा समझदार। लुगाई का मतलब पत्नी
ਜਾਂ ਪੰਜਾਬੀ 'ਚ ਜਨਾਨੀ ਕਹਿੰਦੇ, ਠੀਕ ਹੈ। ਜੋ ਉਸਦੀ ਪਤਨੀ ਸੀ, ਉਸਦੀ ਜਨਾਨੀ ਸੀ, ਉਹ ਵੀ ਉਸਦੇ ਨਾਲ ਸੀ। ਉਹਦਾ ਨਾਮ ਕੀ ਸੀ? ਰਾਮਕਲੀ। ਕਿ ਨੰਦ ਕਿਸ਼ੋਰ ਨਾਂ ਦਾ ਇੱਕ ਬੰਦਾ ਬਿਹਾਰ ਤੋਂ ਚੱਲ ਕੇ ਗੱਡੀ ਵਿੱਚ ਬੈਠ ਕੇ ਪੰਜਾਬ ਦੇ ਕਿਸੇ ਪਿੰਡ ਵਿੱਚ ਕਮਾਈ ਕਰਨ ਲਈ ਆਇਆ ਹੈ। ਉਹਦੇ ਨਾਲ ਗੱਡੀ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਸੀ, ਔਰ ਉਸ ਦੇ ਨਾਲ ਰਾਮਕਲੀ ਨਾਂ ਦੀ ਜੋ ਉਸਦੀ ਸਮਝਦਾਰ ਪਤਨੀ ਸੀ, ਉਹ ਵੀ ਉਹਦੇ ਨਾਲ ਗੱਡੀ ਦੇ ਵਿੱਚ ਬੈਠੀ ਸੀ। ਲੁਧਿਆਣੇ ਦੇ ਕੋਲ ਹੀ, ਅਗਲੀ ਲਾਈਨ ਵਿੱਚ ਕੀ ਲਿਖਿਆ ਹੈ? ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾਡੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ ਰਾਮਕਲੀ ਦੀ ਕੁੱਖ ਚੋਂ। ਕਿ ਉਹ ਨੰਦ ਕਿਸ਼ੋਰ ਨਾਂ ਦਾ ਜੋ ਆਦਮੀ ਸੀ, ਉਸਨੇ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾਡੇਵਾਲ ਦੇ ਵਿੱਚ ਉਹ ਰਹਿਣ ਲੱਗਿਆ, ਜਾਂ ਉੱਥੇ ਰਹਿ ਕੇ ਉਹ ਕੰਮਕਾਜ ਕਰਨ ਲੱਗਿਆ। ਪਿੰਡ ਦਾ ਮਤਲਬ ਹੈ ਗਾਂਵ ਜਾਂ ਗ੍ਰਾਮ, ਪੰਜਾਬੀ 'ਚ ਗ੍ਰਾਮ ਵੀ ਕਹਿ ਦਿੰਦੇ ਆ, ਹਿੰਦੀ 'ਚ ਗਾਂਵ ਕਹਿੰਦੇ ਆ, ਠੀਕ ਹੈ। ਪਿੰਡ ਬਾਡੇਵਾਲ ਉਸ ਪਿੰਡ ਦਾ ਨਾਮ ਹੈ। ਕਿ ਲੁਧਿਆਣੇ ਦੇ ਵਿੱਚ ਇੱਕ ਪਿੰਡ ਸੀ ਬਾਡੇਵਾਲ, ਉਸ ਪਿੰਡ ਦੇ ਵਿੱਚ ਰਹਿ ਕੇ ਨੰਦ ਕਿਸ਼ੋਰ ਕਮਾਈ ਕਰਨ ਲੱਗਾ, ਔਰ ਉੱਥੇ ਹੀ ਜੜ ਲੱਗੀ ਤੇ ਪੁੰਗਰੀ। ਜੜ ਲੱਗੀ ਦਾ ਮਤਲਬ ਹੈ ਕਿ ਜੜ ਹਰੀ ਹੋ ਗਈ, ਪੁੰਗਰ ਗਈ ਦਾ ਮਤਲਬ ਫੁੱਟ ਗਈ। ਕਿ ਉਸ ਦੀ ਪਤਨੀ ਦੀ ਕੁੱਖ ਹਰੀ ਹੋ ਗਈ, ਯਾਨੀ ਕਿ ਜੋ ਉਸ ਦੀ ਪਤਨੀ ਸੀ ਰਾਮਕਲੀ, ਉਹ ਗਰਭਵਤੀ ਹੋ ਗਈ, ਉਹ ਬੱਚੇ ਨੂੰ ਜਨਮ ਦੇਣ ਵਾਲੀ ਸੀ। ਰਾਮਕਲੀ ਦੀ ਕੁੱਖ ਚੋਂ, ਕੁੱਖ ਕਿਹਾ ਜਾਂਦਾ ਕੋਖ ਨੂੰ, ਠੀਕ ਹੈ। ਜਨਮੀ ਬੇਟੀ ਉਸਦੀ, ਜਨਮੀ ਦਾ ਮਤਲਬ ਹੈ ਜਨਮ ਲਿਆ, ਬੇਟੀ ਦਾ ਮਤਲਬ ਲੜਕੀ। ਕਿ ਉਸ ਦੀ ਜੋ ਪਤਨੀ ਸੀ ਰਾਮਕਲੀ, ਉਸ ਦੀ ਕੁੱਖ ਚੋਂ ਉਸ ਦੀ ਇੱਕ ਬੇਟੀ ਨੇ ਜਨਮ ਲਿਆ। ਨਾਂ ਰੱਖਿਆ ਸੀ ਮਾਧੁਰੀ, ਠੀਕ ਹੈ। ਨਾਂ ਰੱਖਿਆ ਸੀ ਮਾਧੁਰੀ। ਨਾਂ ਦਾ ਮਤਲਬ ਉਹਦਾ ਨਾਮ ਰੱਖਿਆ, ਮਾਧੁਰੀ ਦਾ ਮਤਲਬ ਮਾਧੁਰੀ ਉਸਦਾ ਨਾਮ ਹੈ, ਠੀਕ ਹੈ। ਯਾਨੀ ਕਿ ਲੁਧਿਆਣੇ ਦੇ ਕੋਲ ਇੱਕ ਬਾਡੇਵਾਲ ਨਾਂ ਦਾ ਪਿੰਡ ਸੀ, ਜਿੱਥੇ ਰਹਿ ਕੇ ਨੰਦ ਕਿਸ਼ੋਰ ਕਮਾਈ ਕਰਨ ਲੱਗਿਆ। ਉੱਥੇ ਹੀ ਉਸ ਦੀ ਪਤਨੀ ਗਰਭਵਤੀ ਹੋ ਗਈ, ਜਾਂ ਉਸ ਦੀ ਪਤਨੀ ਦੀ ਕੁੱਖ ਹਰੀ ਹੋ ਗਈ, ਔਰ ਉਸ ਪਤਨੀ ਦੀ ਕੁੱਖ ਵਿੱਚੋਂ ਇੱਕ ਬੇਟੀ ਨੇ ਜਨਮ ਲਿਆ। ਉਸ ਬੇਟੀ ਦਾ ਨਾਮ ਕੀ ਰੱਖਿਆ ਗਿਆ? ਮਾਧੁਰੀ। ਉਸ ਤੋਂ ਅੱਗੇ ਕਵੀ ਕੀ ਕਹਿੰਦਾ ਹੈ? ਕਵੀ ਕਹਿੰਦਾ, ਕੱਲ ਮੈਂ ਦੇਖੀ ਮਾਧੁਰੀ ਉਸੇ ਪਿੰਡ ਸਕੂਲ ਵਿੱਚ। ਕਵੀ ਕਹਿੰਦਾ ਕਿ ਮੈਂ ਕੱਲ ਹੀ ਉਸ ਮਾਧੁਰੀ ਨੂੰ ਦੇਖਿਆ ਕਿ ਉਹ ਉਸ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਨ ਲਈ ਜਾ ਰਹੀ ਹੈ, ਗੁੱਤਾਂ ਬੰਨ੍ਹ ਕੇ ਰੀਵਨ ਵਿੱਚ, ਠੀਕ ਹੈ ਜੀ। ਗੁੱਤਾਂ, ਗੁੱਤਾਂ ਤੋਂ ਭਾਵ ਹੁੰਦਾ ਹੈ ਬਾਲਾਂ ਨੂੰ ਬੰਨਣਾ, ਬਾਲਾਂ ਦੀ ਗੁੱਤ ਕਰ ਲੈਣੀ, ਜਿਹਨੂੰ ਹਿੰਦੀ 'ਚ ਚੋਟੀ ਕਹਿੰਦੇ ਹੈ, ਠੀਕ ਹੈ। ਉਹ ਗੁੱਤਾਂ ਬੰਨ੍ਹ ਕੇ ਰੀਬਨ, ਰੀਬਨ ਦਾ ਮਤਲਬ ਹੁੰਦਾ ਇੱਕ ਤਰ੍ਹਾਂ ਦੀ ਕੱਪੜੇ ਦਾ ਟੁਕੜਾ ਹੁੰਦਾ, ਜਿਵੇਂ ਲੀਰ ਹੁੰਦੀ ਹੈ ਰੰਗ ਬਿਰੰਗੀ, ਉਹਨੂੰ ਕੁੜੀਆਂ ਆਪਣੀ ਗੁੱਤ ਦੇ ਵਿੱਚ ਬੰਨ੍ਹ ਲੈਂਦੀਆਂ ਹੈ। ਸੋਹਣੀ ਪੱਟੀ ਪੋਚ ਕੇ, ਸੋਹਣੀ ਪੱਟੀ ਪੋਚ ਕੇ, ਪੱਟੀ ਤੋਂ ਭਾਵ ਪਹਿਲਾਂ ਲੱਕੜ ਦੀਆਂ ਪੱਟੀਆਂ ਹੁੰਦੀਆਂ ਸੀ, ਸਲੇਟਾਂ ਨਹੀਂ ਹੁੰਦੀਆਂ ਸੀਗੀਆਂ, ਉਹਨੂੰ ਜੋ ਗਾਚਣੀ ਹੁੰਦੀ ਹੈ, ਠੀਕ ਹੈ, ਜਿਹਨੂੰ ਮੁਲਤਾਨੀ ਮਿੱਟੀ ਕਹਿੰਦੇ ਆ, ਉਹਦੇ ਉੱਤੇ ਉਹਦਾ ਲੇਪ ਕਰ ਲੈਂਦੇ ਸੀਗੇ। ਫਿਰ ਉਹਦੇ ਉੱਤੇ ਲਿਖਦੇ ਹੁੰਦੇ ਸੀ ਇੱਕ ਕਾਨੇ ਨੂੰ ਸ਼ਾਹੀ ਦੇ ਵਿੱਚ ਡਿਬੋ ਡਿਬੋ ਕੇ, ਠੀਕ ਹੈ। ਗੁੱਤਾਂ ਬੰਨ੍ਹ ਕੇ ਰੀਵਨ ਵਿੱਚ, ਕਿ ਮਾਧੁਰੀ ਪਿੰਡ ਦੇ ਸਕੂਲ ਵਿੱਚ ਜਾ ਰਹੀ ਹੈ, ਉਹਨੇ ਬਹੁਤ ਸੋਹਣੀਆਂ ਗੁੱਤਾਂ ਕੀਤੀਆਂ ਹੋਈਆਂ, ਰੰਗ ਬਿਰੰਗੇ ਰੀਵਨ ਪਾਏ ਹੋਏ ਹੈ, ਔਰ ਉਸਨੇ ਜੋ ਲੱਕੜ ਦੀ ਪੱਟੀ ਹੈ ਉਸਨੂੰ ਗਾਚਣੀ ਨਾਲ, ਗਾਚਣੀ ਮੁਲਤਾਨੀ ਮਿੱਟੀ ਨੂੰ ਕਹਿੰਦੇ ਆ, ਠੀਕ ਹੈ, ਗਾਚਣੀ ਨਾਲ ਸੋਹਣਾ ਸੋਹਣਾ ਪੋਚ ਰੱਖਿਆ ਹੈ। ਊੜਾ ਐੜਾ ਲਿਖ ਰਹੀ, ਊੜਾ ਐੜਾ ਲਿਖ ਰਹੀ, ਕਿ ਉਸ ਉਹ ਪੱਟੀ ਦੇ ਉੱਪਰ ਊੜਾ ਐੜਾ ਲਿਖ ਰਹੀ ਹੈ, ਭਾਵ ਜੋ ਪੰਜਾਬੀ ਦੀ ਵਰਨਮਾਲਾ ਹੈ ਉਸ ਨੂੰ ਉਸ ਉਹ ਪੱਟੀ ਦੇ ਉੱਪਰ ਲਿਖ ਰਹੀ ਹੈ। ਉਸ ਤੋਂ ਅੱਗੇ ਕੀ ਹੈ? ਕਵੀ ਕੀ ਕਹਿੰਦਾ ਹੈ ਕਿ ਨੰਦ ਕਿਸ਼ੋਰ ਦੀ ਬੇਟੀ ਊੜਾ ਐੜਾ ਉਸ ਪੱਟੀ ਦੇ ਉੱਪਰ ਲਿਖ ਰਹੀ ਹੈ, ਬੇਟੀ ਨੰਦ ਕਿਸ਼ੋਰ ਦੀ, ਠੀਕ ਹੈ। ਕਿ ਉਹ ਪਿੰਡ ਦੇ ਸਕੂਲ ਵਿੱਚ ਗਈ ਹੈ ਔਰ ਪੱਟੀ ਦੇ ਉੱਤੇ ਊੜਾ ਆੜਾ ਲਿਖ ਰਹੀ ਹੈ। ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਕੀ ਕਹਿੰਦਾ ਕਵੀ? ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਗੂੜੇ ਦਾ ਮਤਲਬ ਕੀ ਹੈ? ਗੂੜੇ ਤੋਂ ਭਾਵ ਹੈ ਬਹੁਤ ਹੀ ਜ਼ਿਆਦਾ, ਠੀਕ ਹੈ, ਬਹੁਤ ਹੀ ਜ਼ਿਆਦਾ ਲਗਾਵ ਹੋਣਾ। ਸਾਕ ਦਾ ਮਤਲਬ ਕਹਿੰਦੇ ਆ ਰਿਸ਼ਤਾ। ਅੱਖਰ ਕਿਹਾ ਗਿਆ ਪੜ੍ਹਾਈ ਨੂੰ, ਔਰ ਰਿਜ਼ਕ ਦਾ ਮਤਲਬ ਹੈ ਰੋਜੀ ਰੋਟੀ। ਕਿ ਪੜ੍ਹਾਈ ਦਾ ਰੋਜੀ ਰੋਟੀ ਨਾਲ ਕਿੰਨਾ ਗੂੜਾ ਰਿਸ਼ਤਾ ਹੈ, ਕਿ ਅੱਖਰਾਂ ਤੇ ਰਿਜ਼ਕ ਦਾ ਕਿੰਨਾ ਗੂੜਾ ਰਿਸ਼ਤਾ ਹੈ, ਭਾਵ ਕਿ ਜੋ ਬੱਚੇ ਹੈ ਉਹ ਰੋਜੀ ਰੋਟੀ ਕਮਾਉਣ ਲਈ, ਰੋਜੀ ਰੋਟੀ ਲਈ ਹੀ ਪੜ੍ਹਾਈ ਕਰਦੇ ਹੈ, ਤਾਂ ਕਿ ਉਹ ਪੜ੍ਹ ਕੇ ਕੁਝ ਕਾਬਿਲ ਬਣ ਜਾਣ। ਇਹ ਹੀ ਉਹਨਾਂ ਦੀ ਕਮਾਈ ਹੈ, ਇਹ ਹੀ ਉਹਨਾਂ ਦੀ ਪੂੰਜੀ ਹੈ। ਯਾਨੀ ਕਿ ਅੱਖਰਾਂ ਦਾ ਅਤੇ ਰਿਜ਼ਕ ਦਾ ਮਤਲਬ ਪੜ੍ਹਾਈ ਦਾ ਔਰ ਰੋਜੀ ਦਾ ਬਹੁਤ ਗੂੜਾ ਰਿਸ਼ਤਾ ਹੈ। ਰੋਜੀ ਰੋਟੀ ਕਮਾਉਣ ਲਈ ਹੀ ਜੋ ਬੱਚੇ ਹੈ ਉਹ ਪੜ੍ਹਾਈ ਕਰਦੇ ਹੈ, ਸਕੂਲਾਂ ਦੇ ਵਿੱਚ ਜਾਂਦੇ ਹੈ। ਉਸ ਤੋਂ ਅਗਲੇ ਪੈਰੇ ਦੇ ਵਿੱਚ ਕੀ ਲਿਖਿਆ ਹੈ? ਉਸ ਤੋਂ ਅਗਲੇ ਪੈਰੇ ਵਿੱਚ ਲਿਖਿਆ ਹੈ, ਇਸੇ ਪਿੰਡ ਦੇ ਲਾਡਲੇ
ਪੋਤੇ ਅਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਂਦੇ। ਠੀਕ ਹੈ, ਕਿ ਐਸੇ ਪਿੰਡ ਤੋਂ ਭਾਵ ਹੈ ਕਿ ਉਸੇ ਹੀ ਪਿੰਡ ਦੇ ਲਾਡਲੇ ਦਾ ਮਤਲਬ ਯਾਨੀ ਕਿ ਜੋ ਆਪਣਾ ਲਾਡਲਾ ਹੁੰਦਾ ਹੈ, ਜਿਹਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰੀਏ, ਕਿ ਐਸੇ ਹੀ ਪਿੰਡ ਦੇ ਵਿੱਚ ਆਪਣੇ ਬਾਪੂ ਦੇ ਲਾਡਲੇ ਪੋਤੇ, ਬਾਪੂ ਦਾ ਨਾਮ ਕੀ ਹੈ? ਅਛਰ ਸਿੰਘ, ਕਿ ਅਛਰ ਸਿੰਘ ਨਾਮ ਦੇ ਇੱਕ ਬੰਦੇ ਦੇ ਲਾਡਲੇ ਪੋਤੇ ਹੈ, ਆਪਣੇ ਬਾਪੂ ਦੀ ਕਾਰ ਵਿੱਚ ਬਹਿ ਕੇ ਲੁਧਿਆਣੇ ਪੜ੍ਹਨ ਲਈ ਜਾਂਦੇ ਹੈ। ਠੀਕ ਹੈ ਜੀ, ਇਸ ਪੈਰੇ ਵਿੱਚ ਕਵੀ ਕੀ ਕਹਿ ਰਿਹਾ? ਐਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਂਦੇ। ਬਹਿ ਦਾ ਮਤਲਬ ਬੈਠ ਕੇ, ਕਿ ਉਸੇ ਹੀ ਪਿੰਡ ਬਾਡੇਵਾਲ ਵਿੱਚ ਜਿੱਥੇ ਨੰਦ ਕਿਸ਼ੋਰ ਦੀ ਕੁੜੀ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਜਾਂਦੀ ਹੈ, ਉੱਥੇ ਊੜਾੜਾ ਲਿਖਦੀ ਹੈ। ਉਸੇ ਪਿੰਡ ਦੇ ਹੀ ਜੋ ਇੱਕ ਤਕੜਾ ਆਦਮੀ ਹੈ ਅਛਰ ਸਿੰਘ, ਜੋ ਪੈਸੇ ਵਾਲਾ ਆਦਮੀ ਹੈ, ਉਸ ਦੇ ਪੋਤੇ ਆਪਣੇ ਬਾਪੂ ਦੀ ਕਾਰ ਦੇ ਵਿੱਚ ਬੈਠ ਕੇ ਲੁਧਿਆਣੇ ਪੜ੍ਹਨ ਲਈ ਜਾਂਦੇ ਹੈ। ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ। ਅੱਗੇ ਕਵੀ ਕੀ ਕਹਿ ਰਿਹਾ ਹੈ? ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ। ਕੌਨਵੈਂਟ ਤੋਂ ਭਾਵ ਹੈ ਪ੍ਰਾਈਵੇਟ ਸਕੂਲ। ਠੀਕ ਹੈ ਜੀ, ਕੌਨਵੈਂਟ ਤੋਂ ਭਾਵ ਕੀ ਹੈ? ਕੌਨਵੈਂਟ ਦਾ ਮਤਲਬ ਹੈ ਪ੍ਰਾਈਵੇਟ ਸਕੂਲ। ABCD ਸਿੱਖਦੇ, ਕਿ ਜੋ ਅਛਰ ਸਿੰਘ ਦੇ ਪੋਤੇ ਹੈ ਉਹ ਲੁਧਿਆਣੇ ਪੜ੍ਹਨ ਲਈ ਜਾਂਦੇ ਹੈ, ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਹੈ, ਔਰ ਉੱਥੇ ਜਾ ਕੇ ਉਹ ABCD ਸਿੱਖਦੇ। ਪੋਤੇ ਅਛਰ ਸਿੰਘ ਦੇ, ਕਿ ਅਛਰ ਸਿੰਘ ਦੇ ਪੋਤੇ ਲੁਧਿਆਣੇ ਜਾ ਕੇ ABCD ਸਿੱਖ ਰਹੇ ਹੈ, ਅਰਥਾਤ ਅੰਗਰੇਜ਼ੀ ਉਹ ਸਿੱਖ ਰਹੇ ਹੈ। ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਆਕਾਂਖਿਆ। ਠੀਕ ਹੈ, ਗੂੜਾ ਸਾਖ ਦਾ ਮਤਲਬ ਬਹੁਤ ਜ਼ਿਆਦਾ ਰਿਸ਼ਤਾ ਹੋਣਾ, ਅੱਖਰ ਦਾ ਮਤਲਬ ਪੜ੍ਹਾਈ, ਔਰ ਆਕਾਂਖਿਆ ਦਾ ਮਤਲਬ ਦਿਖਾਵਾ ਕਰਨਾ, ਕਿ ਜੋ ਤਕੜੇ ਘਰਾਂ ਦੇ ਲੋਕ ਹੈ ਉਹ ਕੇਵਲ ਅੱਖਰ ਯਾਨੀ ਕਿ ਪੜ੍ਹਾਈ ਆਕਾਂਖਿਆ ਲਈ ਯਾਨੀ ਕਿ ਦਿਖਾਵੇ ਲਈ ਹੀ ਕਰਦੇ ਹੈ। ਜੋ ਵੱਡੇ ਘਰਾਂ ਦੇ ਲੋਕ ਹੈ ਉਹਨਾਂ ਕੋਲ ਸਭ ਕੁਝ ਹੁੰਦਾ ਹੈ, ਉਹਨਾਂ ਦਾ ਪੜ੍ਹਾਈ ਕਰਨ ਦਾ ਉਦੇਸ਼ ਇੱਕ ਹੀ ਹੁੰਦਾ ਹੈ ਕਿ ਉਹ ਜਾਣ ਕੇ ਦਿਖਾਵਾ ਕਰਦੇ ਹੈ ਵੱਡੇ ਵੱਡੇ ਸਕੂਲਾਂ ਵਿੱਚ ਜਾ ਕੇ ਅੰਗਰੇਜ਼ੀ ਸਿੱਖ ਕੇ। ਠੀਕ ਹੈ, ਤਾਂ ਕੁੱਲ ਮਿਲਾ ਕੇ ਇਸ ਜੋ ਕਵਿਤਾ ਦੇ ਵਿੱਚ ਕਵੀ ਨੇ ਦੋ ਵਰਗਾਂ ਦਾ ਵਰਣਨ ਕੀਤਾ ਸੀ, ਇੱਕ ਅਮੀਰ ਵਰਗ ਹੈ ਅਤੇ ਇੱਕ ਗਰੀਬ ਵਰਗ ਹੈ। ਕਿ ਦੇਖੋ ਗਰੀਬ ਵਰਗ ਦੇ ਜੋ ਬੱਚੇ ਹੁੰਦੇ ਹੈ ਉਹ ਕਿਸ ਤਰ੍ਹਾਂ ਮਿਹਨਤ ਨਾਲ ਲਗਨ ਨਾਲ ਪੜ੍ਹਾਈ ਕਰਦੇ ਹੈ ਰੋਜੀ ਰੋਟੀ ਕਮਾਉਣ ਲਈ। ਉੱਥੇ ਹੀ ਜੋ ਤਕੜੇ ਘਰਾਂ ਦੇ ਬੱਚੇ ਹੈ ਉਹ ਟੋਰ ਸ਼ੋਰ ਨਾਲ ਸਕੂਲਾਂ ਦੇ ਵਿੱਚ ਜਾਂਦੇ ਹੈ, ਉਹ ਕੇਵਲ ਦਿਖਾਵੇ ਲਈ ਪੜ੍ਹਾਈ ਕਰਦੇ ਹੈ ਕਿ ਅਸੀਂ ਪੜ੍ਹੇ ਹੋਏ ਹਾਂ। ਉਹਨਾਂ ਨੂੰ ਦਿਖਾਵਾ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ। ਔਰ ਇਹਦੇ ਨਾਲ ਨਾਲ ਇਹ ਵੀ ਚੀਜ਼ ਇਸ ਕਹਾਣੀ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਕਵਿਤਾ ਦੇ ਵਿੱਚ, ਕਿ ਕਿਸ ਤਰ੍ਹਾਂ ਬਾਹਰੋਂ ਆਏ ਹੋਏ ਲੋਕ ਪੰਜਾਬੀ ਬੋਲੀ ਦਾ ਸਤਿਕਾਰ ਕਰਦੇ ਹੈ, ਪੰਜਾਬੀ ਬੋਲੀ ਨੂੰ ਪੜ੍ਹ ਰਹੇ ਹੈ, ਔਰ ਜੋ ਖੁਦ ਪੰਜਾਬ ਦੇ ਰਹਿਣ ਵਾਲੇ ਹੈ ਉਹ ਪੰਜਾਬੀ ਨੂੰ ਵਿਸਾਰ ਕੇ, ਪੰਜਾਬੀ ਨੂੰ ਭੁਲਾ ਕੇ ਅੰਗਰੇਜ਼ੀ ਲੈਂਗੁਏਜ ਹੈ, ਜੋ ਇੰਗਲਿਸ਼ ਲੈਂਗੁਏਜ ਹੈ ABCD, ਉਹਦੇ ਵੱਲ ਵੱਧ ਰਹੇ ਹੈ ਔਰ ਪੰਜਾਬੀ ਨੂੰ ਭੁਲਾ ਰਹੇ ਹੈ। ਤਾਂ ਇਹ ਸੀਗੀ ਆਇਆ ਨੰਦ ਕਿਸ਼ੋਰ ਸੁਰਜੀਤ ਪਾਤਰ ਜੀ ਦੀ ਦੂਸਰੀ ਕਵਿਤਾ। ਉਸ ਤੋਂ ਅੱਗੇ ਇਹਨਾਂ ਦੇ ਪ੍ਰਸ਼ਨ ਉੱਤਰ ਦਿੱਤੇ ਹੋਏ ਹੈ। ਜਿਵੇਂ ਪਹਿਲਾ ਪ੍ਰਸ਼ਨ ਕੀ ਹੈ? ਹੇਠ ਲਿਖੇ ਕਿਸੇ ਇੱਕ ਕਾਵਿਬੰਧ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਪ੍ਰਸੰਗ ਇਹਦਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਕਿ ਪ੍ਰਸੰਗ ਦੇ ਵਿੱਚ ਤੁਸੀਂ ਜਿਹੜੀ ਵੀ ਕਵਿਤਾ ਦਾ ਪ੍ਰਸੰਗ ਕਰਨ ਜਾ ਰਹੇ ਹੋ ਤਾਂ ਪਹਿਲਾਂ ਪ੍ਰਸੰਗ ਲਿਖ ਕੇ ਅੱਗੇ ਲਿਖੋਗੇ ਇਹ ਕਾਵਿ ਸਤਰਾਂ ਜਾਂ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਕਾਵਿ ਧਾਰਾ ਭਾਗ ਦੂਜਾ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਦਾ ਨਾਮ ਆਇਆ ਨੰਦ ਕਿਸ਼ੋਰ ਹੈ ਜਾਂ ਪੁਰਖਿਆਂ ਦੇ ਰਸਤੇ 'ਤੇ। ਜਿਹੜੀ ਵੀ ਕਵਿਤਾ ਦੀ ਤੁਸੀਂ ਵਿਆਖਿਆ ਕਰ ਰਹੇ ਹੋ ਉਸ ਕਵਿਤਾ ਦਾ ਨਾਮ ਲਿਖ ਦੇਣਾ ਹੈ। ਇਸ ਦੇ ਕਵੀ ਸੁਰਜੀਤ ਪਾਤਰ ਹੈ। ਇਸ ਕਵਿਤਾ ਵਿੱਚ ਕਵੀ ਨੇ ਦੋ ਵਰਗਾਂ ਦਾ ਵਰਣਨ ਕੀਤਾ ਹੈ, ਅਮੀਰ ਅਤੇ ਗਰੀਬ ਵਰਗ ਨੂੰ ਦਿਖਾਇਆ ਹੈ। ਅੱਗੇ ਉਸ ਦੀ ਵਿਆਖਿਆ ਕਰ ਦੇਣੀ ਹੈ। ਇਹਨਾਂ ਦੋਵਾਂ ਪੈਰਿਆਂ ਦੀ ਵਿਆਖਿਆ ਪਿੱਛੇ ਮੈਂ ਕਰਵਾ ਚੁੱਕਿਆ ਹਾਂ, ਉਹ ਵਿਆਖਿਆ ਤੁਸੀਂ ਇਸ ਪੈਰੇ ਦੀ ਕਰ ਦੇਣੀ ਹੈ। ਉਸ ਤੋਂ ਅੱਗੇ ਪ੍ਰਸ਼ਨ ਉੱਤਰ ਹੈ। ਦੂਸਰਾ ਪ੍ਰਸ਼ਨ ਕੀ ਹੈ? ਪੁਰਖਿਆਂ ਦੇ ਰਸਤੇ 'ਤੇ ਕਵਿਤਾ ਵਿੱਚ ਦਰਜ ਵਿਚਾਰਾਂ ਨੂੰ ਸਪਸ਼ਟ ਕਰੋ। ਕਿ ਪੁਰਖਿਆਂ ਦੇ ਰਸਤੇ 'ਤੇ ਕਵਿਤਾ ਵਿੱਚ ਦਰਜ ਕਿਹੜੇ ਕਿਹੜੇ ਵਿਚਾਰ ਹੈ ਉਹਨਾਂ ਨੂੰ ਸਪਸ਼ਟ ਕਰਨਾ ਹੈ। ਤਾਂ ਇਸ ਕਵਿਤਾ ਦੇ ਵਿੱਚ ਕਵੀ ਆਪਣੇ ਬੁਢਾਪੇ ਦੇ ਬਾਰੇ ਦੱਸ ਰਿਹਾ ਕਿ ਕਿਸ ਤਰ੍ਹਾਂ ਆਉਣ ਵਾਲੇ 1-2 ਸਾਲਾਂ ਵਿੱਚ ਜਾਂ ਸਰਦੀਆਂ ਵਿੱਚ ਉਹ ਬੁਢਾਪੇ ਦੀ ਅਵਸਥਾ ਵਿੱਚ ਪਹੁੰਚ ਜਾਊਗਾ, ਉਸ ਦਾ ਸਰੀਰ ਕੰਮ ਕਰਨਾ ਛੱਡ ਦੇਊਗਾ, ਅਨੇਕ ਤਰ੍ਹਾਂ ਦੀਆਂ ਬਿਮਾਰੀਆਂ, ਅਨੇਕ ਤਰ੍ਹਾਂ ਦੇ ਦੁੱਖ ਦਰਦ ਤਕਲੀਫਾਂ ਉਹਨੂੰ ਘੇਰ ਲੈਣਗੀਆਂ, ਫਿਰ ਉਹ ਹਥੇਲੀ 'ਤੇ ਦੀਵਾ ਰੱਖ ਕੇ ਆਪਣੇ ਪੁਰਖਿਆਂ ਦੇ ਰਸਤੇ 'ਤੇ ਚਲਿਆ ਜਾਊਗਾ। ਉਸ ਤੋਂ ਅੱਗੇ ਤੀਸਰਾ ਪ੍ਰਸ਼ਨ ਹੈ ਆਇਆ ਨੰਦ ਕਿਸ਼ੋਰ ਕਵਿਤਾ ਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਦੇਖੋ ਜਦੋਂ ਸਾਰ ਪੁੱਛ ਲੈਣ, ਇੱਕ ਹੁੰਦਾ ਸਾਰ, ਇੱਕ ਹੁੰਦਾ ਕੇਂਦਰੀ ਭਾਵ। ਜਦੋਂ ਪੁੱਛਣ ਅਗਰ ਇੱਥੇ ਪ੍ਰਸ਼ਨ ਆ ਜਾਂਦਾ ਆਇਆ ਨੰਦ ਕਿਸ਼ੋਰ ਕਵਿਤਾ ਦਾ ਕੇਂਦਰੀ ਭਾਵ ਲਿਖੋ, ਤਾਂ ਉਸ ਕਵਿਤਾ ਨੂੰ ਤੁਸੀਂ ਸੰਖੇਪ 'ਚ ਲਿਖ ਦਿੰਦੇ ਛੋਟਾ ਕਰਕੇ। ਇੱਥੇ ਸਾਰ ਪੁੱਛਿਆ, ਸਾਰ ਤੋਂ ਭਾਵ ਹੈ ਕਿ ਉਹ ਸਾਰੇ ਦੀ ਸਾਰੀ ਉਸ ਦੀ ਵਿਆਖਿਆ ਹੈ, ਉਸ ਨੂੰ ਉਤਾਰ ਦਿਓ ਜੋ ਵੀ ਮੈਂ ਪਿੱਛੇ ਕਰਵਾਈ ਹੈ। ਚੌਥਾ ਪ੍ਰਸ਼ਨ ਹੈ ਕਵੀ ਪੁਰਖਿਆਂ ਦੇ ਰਸਤੇ 'ਤੇ ਕਿਉਂ ਤੁਰਦਾ ਹੈ? ਕਵਿਤਾ ਦੇ ਆਧਾਰ 'ਤੇ ਬਿਆਨ ਕਰੋ।
ਠੀਕ ਹੈ, ਕਵੀ ਆਪਣੇ ਪੁਰਖਿਆਂ ਦੇ ਰਸਤੇ 'ਤੇ ਕਿਉਂ ਤੁਰਦਾ ਹੈ। ਤਾਂ ਇਹਦੇ ਵਿੱਚ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਦੇ ਦਿਓਗੇ ਕਿ ਕਵੀ ਆਪਣੇ ਪੁਰਖਿਆਂ ਦੇ ਰਸਤੇ 'ਤੇ ਇਸ ਕਰਕੇ ਤੁਰਨਾ ਚਾਹੁੰਦਾ ਹੈ ਕਿਉਂਕਿ ਉਹਦੇ ਸਰੀਰ ਵਿੱਚ ਹੁਣ ਪਹਿਲਾਂ ਵਰਗੀ ਤਾਕਤ ਨਹੀਂ ਰਹੀ ਹੈ। ਹੁਣ ਉਹ ਬਜ਼ੁਰਗ ਹੋ ਗਿਆ ਹੈ ਅਤੇ ਹੁਣ ਉਹ ਬੁਢਾਪੇ ਵਿੱਚ ਅਨੇਕ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ, ਅਨੇਕ ਤਰ੍ਹਾਂ ਦੀਆਂ ਉਲਝਣਾਂ ਦੇ ਵਿੱਚ ਉਸ ਨੂੰ ਫਸਣਾ ਪਊਗਾ, ਅਨੇਕ ਤਰ੍ਹਾਂ ਦੇ ਦੁੱਖਾਂ ਵਿੱਚ ਉਹ ਘਿਰ ਜਾਊਗਾ। ਉਹ ਚਾਹੁੰਦਾ ਹੈ ਕਿ ਉਸਦੇ ਸਰੀਰ ਨੂੰ ਸ਼ਾਂਤੀ ਮਿਲ ਜਾਵੇ, ਜਿਸ ਤਰ੍ਹਾਂ ਉਹਦੇ ਬਜ਼ੁਰਗ ਸ਼ਾਂਤ ਹੋ ਗਏ ਹੈ, ਉਹਨਾਂ ਦੇ ਬਜ਼ੁਰਗਾਂ ਨੂੰ ਸ਼ਾਂਤੀ ਮਿਲ ਗਈ ਹੈ। ਉਹ ਵੀ ਹਥੇਲੀ 'ਤੇ ਦੀਵਾ ਰੱਖ ਕੇ ਆਪਣੇ ਬਜ਼ੁਰਗਾਂ ਦੇ ਕੋਲ ਪਹੁੰਚਣਾ ਚਾਹੁੰਦਾ ਹੈ ਤਾਂ ਕਿ ਉਸਦਾ ਸਰੀਰ ਸ਼ਾਂਤ ਹੋ ਜਾਵੇ, ਉਹਨੂੰ ਦੁੱਖਾਂ ਤਕਲੀਫਾਂ ਤੋਂ ਨਿਜਾਤ ਮਿਲ ਜਾਵੇ। ਠੀਕ ਹੈ ਜੀ, ਤਾਂ ਇਹ ਸੀ ਆਪਣਾ 10ਵਾਂ ਲੈਸਨ ਜਾਂ 10ਵੀਂ ਕਵਿਤਾ, ਜਿਸ ਦੇ ਕਵੀ ਸੀ ਸੁਰਜੀਤ ਪਾਤਰ। ਸੁਰਜੀਤ ਪਾਤਰ ਜੀ ਦੀਆਂ ਦੋ ਰਚਨਾਵਾਂ ਸੀ, ਆਯਾਨੰਦ ਕਿਸ਼ੋਰ ਅਤੇ ਪੁਰਖਿਆਂ ਦੇ ਰਸਤੇ 'ਤੇ। ਆਪਾਂ ਇਹਨਾਂ ਦੋਵਾਂ ਕਵਿਤਾਵਾਂ ਦੀ ਵਿਆਖਿਆ ਕੀਤੀ ਹੈ। ਅਗਰ ਇਹਦੇ ਵਿੱਚ ਤੁਹਾਨੂੰ ਕੋਈ ਚੀਜ਼ ਨਾ ਸਮਝ ਆਈ ਹੋਵੇ ਜਾਂ ਮੇਰੇ ਬੋਲਣ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਮੈਂ ਮਾफ़ੀ ਮੰਗਦਾ ਹਾਂ। ਅਗਰ ਕੋਈ ਤੁਹਾਨੂੰ ਚੀਜ਼ ਨਾ ਸਮਝ ਆਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ, ਤੁਹਾਡੀ ਉਸ ਸਮੱਸਿਆ ਨੂੰ ਸੋਲਵ ਕੀਤਾ ਜਾਊਗਾ। ਔਰ ਅਗਰ ਕਲਾਸ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਔਰ ਇਸ ਕਲਾਸ ਨੂੰ ਅੱਗੇ ਸ਼ੇਅਰ ਕਰਿਓ। ਧੰਨਵਾਦ।